जी सब जग तेरा ही हो जावे, सब जग तेरा ही हो जावे, सब जग तेरा हो जावे, सब जग तेरा हो जावे। सब जग तेरा ही हो जावे, तेरा ही हो जावे, तेरा ही हो जावे, सब जग तेरा ही हो जावे, सब जग तेरा ही हो जावे, तेरा हो जावे, सब जग तेरा ही हो जावे। जे तू अपना आप सवारे, 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 अपना आप सवारे, अपना आप सवारे, जे तू अपना आप सवारे, जे तू अपना आप सवारे, अपना आप सवारे, अपना आप सवारे, सब जग तेरा ही हो जावे, तेरा ही हो जावे, सब जग तेरा ही हो जावे, तेरा ही हो जावे, सब जग तेरा हो जावे, सब जग तेरा ही हो जावे, सब जग तेरा ही हो जावे, सब जग तेरा ही हो जावे, तेरा ही हो जावे, सब जग तेरा ही हो जावे, तेरा ही हो जावे, सब जग तेरा ही हो जावे। जे तू अपना आप सवारे, सब जग तेरा ही हो जावे, जे तू अपना आप सवारे, सब जग तेरा ही हो जावे, जे तू अपना आप सवारे, सब जग तेरा ही हो जावे, जे तू अपना आप सवारे, सब जग तेरा हो जावे, सवारे सब जग तेरा ही हो जावे, जे तू अपना आप सवारे, सब जग तेरा ही हो जावे। आप सवारे मैं मिलिया सुख होए, जे तू मेरा हो, सब जग तेरा होए। परम सत्कारयोग गुरां की साजी और नवाजी हुई साध संगत जी, ਸਰਬਮਾਈ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ, ਮਨੁੱਖਾ ਜੀਵਨ ਨੂੰ ਸਫਲਾ ਬਣਾਉਣ ਵਾਸਤੇ, ਜੋ ਅੰਮ੍ਰਿਤ ਵੇਲੇ ਦਾ ਆਨੰਦ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਜੀ ਤੋਂ ਅੰਮ੍ਰਿਤ ਵੇਲੇ ਦੀ ਦਾਤ ਆਪਣੀ ਝੋਲੀ ਵਿੱਚ ਪਾਉਣ ਵਾਸਤੇ ਪਹੁੰਚੇ ਹਾਂ। ਵਾਹਿਗੁਰੂ ਜੀ ਖੁਸ਼ ਹੋ ਕੇ ਅੰਮ੍ਰਿਤ ਦੀ ਦਾਤ, ਨਾਮ ਦੀ ਦਾਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣਿਆ ਦੁਖ ਪਾਪ ਕਾ ਨਾਸ, ਮਰਜੀ ਕਹਿਣ ਲੱਗੇ ਇਸ ਬਾਣੀ ਦੇ ਨਾਲ, ਸੁਣਨ ਦੇ ਨਾਲ ਅਨੇਕਾਂ ਦੁੱਖ ਤੇ ਪਾਪ ਕੱਟੇ ਜਾਂਦੇ ਹਨ। ਸਮਝਣ ਵਾਲਾ ਸਮਝ ਜਾਂਦਾ ਵੀ ਹਾਂ,
ਇਲਾਕੇ ਦੇ, ਸਾਡੇ ਪਿੰਡ ਦੇ, ਸਾਡੇ ਮੁਹੱਲੇ ਦੇ ਪਾਪ ਕੱਟੇ ਜਾਂਦੇ ਨੇ ਕਿ ਨਹੀਂ ਕੱਟੇ ਜਾਂਦੇ। ਪਰ ਗੁਰੂ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ। ਅੰਮ੍ਰਿਤ ਵੇਲੇ ਰਹਿਮਤਾਂ ਦੇ ਖਜ਼ਾਨਿਆਂ ਦੇ ਵਿੱਚੋਂ ਭਰ ਕੇ ਮਹਾਰਾਜ ਜੀ ਉਹ ਦਾਤ ਪਾਉਂਦੇ ਨੇ, ਭਰੇ ਖਜ਼ਾਨੇ ਸਾਹਿਬ ਦੇ ਤੋਂ ਨੀਵਾਂ ਹੋ ਕੇ ਲੁੱਟ। ਇਸ ਕਰਕੇ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਇਤਿਹਾਸ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਬੇਅੰਤ ਸਿੱਖ ਐਸੇ ਸਿੱਖ ਸੰਗਤਾਂ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਉਹ ਸੁਥਰੇ ਸ਼ਾਹ ਵੀ ਤੁਰਿਆ ਹੁੰਦਾ ਹੈ, ਜਿਹਨੇ ਛੇਵੇਂ ਪਾਤਸ਼ਾਹ ਮਹਾਰਾਜ ਦੀਆਂ, ਸੱਤਵੇਂ ਦੀਆਂ, ਅੱਠਵੇਂ ਦੀਆਂ, ਨੌਵੇਂ ਦੀਆਂ ਅਤੇ ਦਸਵੇਂ ਦੀਆਂ ਬੜੀਆਂ ਖੁਸ਼ੀਆਂ ਲਈਆਂ ਨੇ। ਸੁਥਰੇ ਸ਼ਾਹ ਨੇ, ਸੁਥਰੇ ਸ਼ਾਹ ਨਾਲ ਮਹਾਰਾਜ ਬੜਾ ਪ੍ਰੇਮ ਕਰਦੇ ਨੇ ਅਤੇ ਸੁਥਰਾ ਵੀ ਮਹਾਰਾਜ ਦੇ ਨਾਲ ਬਹੁਤ ਪ੍ਰੇਮ ਕਰਦਾ ਹੈ। ਇੱਕ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਗਿਆ। ਮਹਾਰਾਜ ਜੀ ਕਹਿਣ ਲੱਗੇ, ਤੂੰ ਕੋਈ ਸੇਵਾ ਕਰਿਆ ਕਰ। ਸੱਚੇ ਪਾਤਸ਼ਾਹ ਮੇਰੀ ਝੋਲੀ ਵਿੱਚ ਸੇਵਾ ਪਾ ਦਿਓ, ਮੈਂ ਕਰਨ ਨੂੰ ਤਿਆਰ ਹਾਂ। ਮਹਾਰਾਜ ਕਹਿਣ ਲੱਗੇ, ਇਉਂ ਕਰਿਆ ਕਰ, ਜਦੋਂ ਸਮਾਪਤੀ ਹੁੰਦੀ ਹੈ ਨਾ ਸ਼ਨੀਵਾਰ ਦੀ, ਕੀਰਤਨ ਦੀ, ਦੀਵਾਨ ਦੀ ਸਮਾਪਤੀ ਹੁੰਦੀ ਹੈ, ਤੂੰ ਉਸ ਬਾਅਦ ਅਰਦਾਸ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਤੂੰ ਉਹਨਾਂ ਨਾਲ ਸੇਵਾ ਕਰਾਇਆ ਕਰ। ਮਹਾਰਾਜ ਕਾਹਦੀ? ਕਹਿੰਦੇ ਕੜਾਹ ਪ੍ਰਸ਼ਾਦੀ ਦੇਗ ਵਰਤਾਇਆ ਕਰ। ਸੁਥਰਾ ਸ਼ਾਹ ਕਹਿਣ ਲੱਗਿਆ, ਠੀਕ ਹੈ ਮਹਾਰਾਜ, ਜਿਵੇਂ ਤੁਹਾਡਾ ਹੁਕਮ ਹੈ। ਮਨ ਵਿੱਚ ਸੋਚਦਾ ਹੈ, ਮੈਂ ਤਾਂ ਹੋਰ ਕੰਮ ਕਰਨ ਵਾਲਾ ਸੀ ਬਾਹਰ, ਮਹਾਰਾਜ ਜੀ ਨੇ ਮੈਨੂੰ ਸੇਵਾ ਦੇ ਦਿੱਤੀ। ਇਹ ਹੁਣ ਇੱਕ ਤਰ੍ਹਾਂ ਦਾ ਇਹ ਗਲ ਵਿੱਚ ਢੋਲ ਪੈ ਗਿਆ। ਅੱਜ ਵਰਤਾਤੀ, ਕੱਲ੍ਹ ਨੂੰ ਫੇਰ, ਪਰਸੋਂ ਨੂੰ ਫੇਰ, ਮਹਾਰਾਜ ਜੀ ਕਹਿੰਦੇ ਚੌਥੇ ਨੂੰ ਫੇਰ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੇਰੀ ਤਾਂ ਡਿਊਟੀ ਲੱਗ ਜਾਣੀ ਹੈ ਪੱਕੀ। ਫਿਰ ਵੀ ਚਲੋ ਉਹਦੀ ਆਪਣੀ ਬੁੱਧੀ ਸੀ, ਉਹਨੇ ਥਾਲ ਭਰ ਲਿਆ, ਬਾਟਾ ਭਰ ਲਿਆ ਦੇਗ ਦਾ, ਵਰਤਾਉਣ ਲੱਗ ਪਿਆ। ਇੱਕ ਹੁੰਦੀ ਹੈ ਭਾਵਨਾ ਨਾਲ ਸੇਵਾ ਕਰਨੀ, ਸ਼ਰਧਾ ਅਤੇ ਭਾਵਨਾ ਦੇ ਨਾਲ। ਇੱਕ ਹੁੰਦੀ ਹੈ ਸੇਵਾ ਬੱਧਾ ਚੱਟੀ, ਵੀ ਯਾਰ ਇਹ ਕੰਮ ਕਰਨਾ ਹੀ ਪਊਗਾ, ਹੁਣ ਤਾਂ ਪੈ ਗਿਆ ਗਲ। ਇੱਕੇ ਹੁੰਦਾ ਹੈ। ਸੁਥਰੇ ਸ਼ਾਹ ਕਹਿਣ ਲੱਗਿਆ, ਇਹ ਤਾਂ ਮੇਰੇ ਗਲ ਪੈ ਗਿਆ ਕੰਮ, ਹੁਣ ਮੈਨੂੰ ਔਖਾ ਹੋ ਗਿਆ। ਮਹਾਰਾਜ ਕਹਿਣ ਲੱਗੇ, ਚੱਕ ਥਾਲ, ਬੱਟਾ ਚੱਕ, ਦੇਗ ਵਰਤਾ। ਦੇਗ ਵਰਤਾਉਣ ਲੱਗ ਗਿਆ ਸੁਥਰੇ ਸ਼ਾਹ। ਕੜਾਹ ਪ੍ਰਸ਼ਾਦੀ ਦੇਗ ਵਰਤਾਉਣ ਦੀ ਮਹਾਰਾਜ ਕਹਿੰਦੇ ਇੱਕ ਭਗਤੀ ਹੈ, ਬਹੁਤ ਵੱਡੀ ਬੰਦਗੀ ਹੈ। ਕਿਉਂਕਿ ਜਦੋਂ ਵੀ ਤੁਸੀਂ ਕੜਾਹ ਪ੍ਰਸ਼ਾਦੀ ਦੇਗ ਵਰਤਾਉਣੀ ਹੈ, ਤੁਹਾਡੇ ਅੱਗੇ ਉਸ ਮਨੁੱਖ ਨੇ ਦੋਨੋਂ ਹੱਥ ਜੋੜ ਕੇ ਦੇਗ ਦੀ ਜਿਹੜੀ ਉਹ ਪ੍ਰਾਪਤੀ ਕਰਨੀ ਹੈ। ਤੁਸੀਂ ਇੱਕ ਹੱਥ ਨਾਲ ਦੇਣੀ ਹੈ। ਕਿਉਂ? ਗੁਰੂ ਦਾ ਪ੍ਰਸ਼ਾਦ ਹੈ, ਇੱਕ ਹੱਥ ਨਾਲ ਤੁਸੀਂ ਦੇਣਾ। ਇੱਕ ਹੱਥ 'ਤੇ ਵਾਟਾ ਰੱਖਿਆ ਹੋਇਆ ਨਾ, ਇੱਕ ਹੱਥ ਨਾਲ ਦੇਣਾ, ਅਗਲੇ ਨੇ ਦੋ ਜੋੜਨੇ ਨੇ ਅੱਗੋਂ। ਦੇਖੋ ਕਿੰਨੀ ਨਿਮਰਤਾ ਭਾਵ ਇੱਥੇ ਹੀ ਪੈਦਾ ਹੋ ਗਈ। ਹੁਣ ਸੁਥਰੇ ਸ਼ਾਹ ਦੇਗ ਵਰਤਾਉਣ ਲੱਗ ਗਿਆ। ਕਿਸੇ ਨੂੰ ਤਾਂ ਬੁੱਕ ਭਰ ਕੇ ਦੇ ਦਿੰਦਾ, ਲੱਪ ਭਰ ਕੇ, ਅਤੇ ਕਿਸੇ ਨੂੰ ਜਿਹੜਾ ਉਹ ਖਰੋਟ ਕੇ ਜਿੰਨੀ ਦੇਗ ਦਿੰਦਾ, ਥੋੜ੍ਹੀ ਦਿੰਦਾ ਭਾਵ। ਦੇਗ ਵਰਤਾ ਕੇ ਹਟਿਆ, ਸੰਗਤ ਦੇ ਵਿੱਚ ਕੁਸਰ ਮੁਸਰ ਹੋਣ ਲੱਗ ਪਈ। ਮਹਾਰਾਜ ਸਮਝ ਗਏ, ਜਾਣੀ ਜਾਣ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝ ਗਏ। ਮਹਾਰਾਜ ਪੁੱਛਦੇ ਨੇ, ਭਾਈ ਕੀ ਕਾਰਨ ਹੋ ਗਿਆ, ਰੌਲਾ ਕਿਉਂ ਪਾਉਂਦੇ ਹੋ? ਕਹਿੰਦੇ ਮਹਾਰਾਜ ਅੱਜ ਤੁਸੀਂ ਸੁਥਰੇ ਸ਼ਾਹ ਨੂੰ ਦੇਗ ਵਰਤਾਉਣ ਲਾ ਦਿੱਤਾ। ਕਿਸੇ ਨੂੰ ਤਾਂ ਉਹ ਲੱਪ ਭਰ ਕੇ ਦੇ ਦਿੰਦਾ, ਕਿਸੇ ਨੂੰ ਰੀਠੇ ਕੁ ਜਿਹੀ ਨਹੀਂ ਦਿੰਦਾ, ਕਿਸੇ ਨੂੰ ਖਰੋਟ ਕੁ ਜਿਹੀ ਦੇ ਦਿੰਦਾ, ਥੋੜ੍ਹੀ ਜਿਹੀ ਦਿੰਦਾ ਹੈ। ਮਹਾਰਾਜ ਕਹਿਣ ਲੱਗੇ, ਓਏ ਸੁਥਰਿਆ ਕੀ ਕੀਤਾ ਹੈ? ਸੱਚੇ ਪਾਤਸ਼ਾਹ ਇਹ ਤਾਂ ਜਿਸ ਕਾ ਕਾਮ ਉਸੀ ਕੋ ਸਾਜੇ। ਕਹਿੰਦੇ ਮੈਨੂੰ ਤਾਂ ਇਹ ਕੰਮ ਕਰਨਾ ਨਹੀਂ ਆਉਂਦਾ, ਕਰਿਆ ਜਾਣ ਕੇ ਸੀ ਵੀ ਜੇ ਅੱਜ ਮੈਂ ਸਹੀ ਵਰਤਾਤੀ, ਕੱਲ੍ਹ ਨੂੰ ਮਹਾਰਾਜ ਫੇਰ ਮੈਨੂੰ ਜੋੜ ਦੇਣਗੇ। ਭਾਵ
ਅੰਦਰ ਉਹ ਭਾਵਨਾ ਨਹੀਂ ਹੈ ਜਿਹੜੀ ਗੁਰੂ ਦੇ ਅੰਦਰ ਭਾਵਨਾ ਹੈ। ਗੁਰੂ ਜੀ ਵੀ ਸੋਚਦੇ ਸੀ ਵੀ ਇੱਕ ਡਿਊਟੀ ਤਾਂ ਤੂੰ ਸਹੀ ਕਰ, ਇੱਧਰਲੇ ਪਾਸੇ ਵਾਲੀ। ਸੁਥਰੇ ਸ਼ਾਹ ਨੂੰ ਕਹਿਣ ਲੱਗੇ ਕੱਲ ਤੋਂ ਨਾ ਵਰਤਾਈ, ਕਹਿੰਦਾ ਬਸ ਇਹੀ ਚਾਹੁੰਦਾ ਸੀ ਮੈਂ ਤਾਂ। ਕਈ ਦਿਨਾਂ ਬਾਅਦ ਫੇਰ ਆਇਆ, ਰੇਤੇ ਦੀ ਪੰਡ ਲਿਆਇਆ ਭਰ ਕੇ, ਮੱਥਾ ਸੁੱਟ ਕੇ ਉਹਨੂੰ ਸੁੱਟ ਕੇ ਮੱਥਾ ਟੇਕਣ ਲੱਗ ਪਿਆ। ਮੱਝ ਕਹਿਣ ਲੱਗੇ ਉਹ ਕੀ ਕਰਦਾ ਹੈ? ਸੱਚੇ ਪਾਤਸ਼ਾਹ ਇਹਦੀ ਕਿਰਪਾ ਦੇ ਨਾਲ ਹੀ ਮੈਂ ਅੰਦਰ ਆਇਆ ਹਾਂ। ਮੈਂ ਤਾਂ ਤੁਹਾਨੂੰ ਬਹੁਤ ਪ੍ਰੇਮ ਕਰਦਾ, ਪਰ ਸਿੱਖ ਮੈਨੂੰ ਅੱਗੇ ਨਹੀਂ ਲੰਘਣ ਦਿੰਦੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕੀ ਹੈ ਇਹਦੇ ਵਿੱਚ? ਸੱਚੇ ਪਾਤਸ਼ਾਹ ਇਹਦੇ ਵਿੱਚ ਖੰਡ ਹੈ ਤੇ ਕੁਝ ਮੋਹਰਾਂ ਨੇ ਸਰਫੀਆਂ, ਇੱਕ ਰੇਤਾ ਲੈ ਗਿਆ ਪਾ ਕੇ, ਇੱਕ ਡਿਕਰੀਆਂ ਲੈ ਗਿਆ ਪਾ ਕੇ। ਇਹਦੇ ਵਿੱਚ ਕੁਝ ਖੰਡ ਹੈ ਤੇ ਕੁਝ ਇਹਦੇ ਵਿੱਚ ਸੋਨੇ ਦੀਆਂ ਮੋਹਰਾਂ ਨੇ। ਮਹਾਰਾਜ ਕਹਿਣ ਲੱਗੇ ਸੱਚੀ ਗੱਲ ਹੈ ਸੋਨੇ ਦੀਆਂ ਮੋਹਰਾਂ ਨੇ? ਕਹਿੰਦੇ ਤੁਸੀਂ ਜਾਣੀ ਜਾਣੋ, ਜੇ ਤੁਸੀਂ ਕਹਿ ਦਿਓ ਤਾਂ ਸੋਨੇ ਦੀਆਂ ਮੋਹਰਾਂ ਵੀ ਬਣ ਸਕਦੀਆਂ ਨੇ। ਮਹਾਰਾਜ ਕਹਿਣ ਲੱਗੇ ਚੰਗਾ ਦਿਖਾ। ਫਿਰ ਖੋਲ੍ਹ ਕੇ ਦੇਖਿਆ, ਉਹ ਸੱਚਮੁੱਚ ਲਿਆਂਦੀਆਂ ਡਿਕਰੀਆਂ ਸੀ, ਪਰ ਹੈ ਸੋਨੇ ਦੀਆਂ ਮੋਹਰਾਂ ਨੇ। ਲਿਜਾ ਕੇ ਮਹਾਰਾਜ ਦੇ ਅੱਗੇ ਰੱਖ ਦਿੱਤੀਆਂ। ਮਹਾਰਾਜ ਕਹਿਣ ਮੈਂ ਕੀ ਕਰਨਾ ਹੈ? ਲਿਆ ਐਂ ਕਰ, ਚੰਗਾ ਇਹਦੀ ਵਧੀਆ ਕੜਾਹ ਪ੍ਰਸ਼ਾਦੀ ਦੇਗ ਵਰਤਾ ਕੇ ਬਣਾ ਕੇ ਨਾ ਵਰਤਾ ਸੰਗਤ ਦੇ ਵਿੱਚ। ਦੇਗ ਬਣਾ ਲਿਆਂਦਾ ਵਧੀਆ, ਥਾਲ ਭਰ ਕੇ ਮੁੱਖ ਮੂਹਰੇ ਰੱਖ ਲਿਆ ਸੁਥਰੇ ਸ਼ਾਹ ਨੇ। ਮਹਾਰਾਜ ਕਹਿਣ ਲੱਗੇ ਜਾ ਸੰਗਤ ਦੇ ਵਿੱਚ ਵਰਤਾ ਦੇ, ਜਿਹਨੂੰ ਜਿਹੜਾ ਤੈਨੂੰ ਸਭ ਤੋਂ ਪਿਆਰਾ ਨਾ ਉਹਨੂੰ ਦੇਗ ਵਰਤਾ ਦੇ। ਹੁਣ ਸਭ ਤੋਂ ਪਿਆਰਾ ਕੌਣ ਹੈ? ਕਲਗੀਧਰ ਪਾਤਸ਼ਾਹ ਮਹਾਰਾਜ ਹੈ। ਪਰ ਉਹਦਾ ਜਿਤਨਾ ਵੀ ਉਹ ਗ੍ਰੰਥ ਬਣਿਆ ਉਹ ਹਾਸ ਰਸ ਵਾਲੀਆਂ ਸਾਰੀਆਂ ਸਾਖੀਆਂ ਨੇ, ਕਾਵ ਹੈ ਜਿਹੜੀ ਉਹਦੀ। ਆਲੇ ਦੁਆਲੇ ਸੰਗਤ ਦੇ ਵਿੱਚ ਗੇੜਾ ਦਿੱਤਾ ਉਹਨੇ, ਦੇਖਿਆ ਘੁੰਮ ਕੇ ਸੰਗਤ ਦਾ ਇਕੱਠ ਬਹੁਤ ਹੈ, ਚੁੱਪ ਕਰ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੰਨੀ ਦੇਖ ਕੇ ਵੀ ਚੁੱਪ ਕਰ ਗਿਆ। ਥਾਲ ਥੱਲੇ ਧਰਿਆ, ਫਟਾਫਟ ਖਾਣ ਲੱਗ ਪਿਆ ਆਪੀ। ਮਹਾਰਾਜ ਕਹਿਣ ਲੱਗੇ ਉਹ ਮੈਂ ਤੈਨੂੰ ਕਿਹਾ ਸੀ ਜਿਹੜਾ ਤੈਨੂੰ ਸਭ ਤੋਂ ਪਿਆਰਾ ਉਹਨੂੰ ਵਰਤਾ। ਸੱਚੇ ਪਾਤਸ਼ਾਹ ਮੈਂ ਦੇਖਿਆ ਵੀ ਸਭ ਤੋਂ ਪਿਆਰਾ ਤਾਂ ਮੈਂ ਹੀ ਹੈ, ਮੇਰੇ ਨਾਲੋਂ ਪਿਆਰਾ ਤਾਂ ਕੋਈ ਹੋਰ ਨਹੀਂ ਹੋ ਨਹੀਂ ਸਕਦਾ। ਮੈਂ ਆਖਿਆ ਜਦੋਂ ਮੈਂ ਪਿਆਰਾ ਤਾਂ ਫਿਰ ਮੈਂ ਹੀ ਦੇਖ ਛਕ ਲੈਂਦਾ ਹਾਂ। ਕਹਿਣ ਤੋਂ ਭਾਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਜ਼ਦੀਕ ਸੀ, ਨੇੜੇ ਸੀ। ਇਹੋ ਜਿਹੇ ਸਿੱਖ ਵੀ ਸੀ ਕਲਗੀਧਰ ਪਾਤਸ਼ਾਹ ਮਹਾਰਾਜ। ਇਹੋ ਜਿਹੇ ਸਿੱਖ ਜੀ ਜਿਹੜੇ ਰੋਜ਼ ਤਲਵਾਰ ਚਲਾਉਣ ਵਾਲੇ ਸੀ, ਇਹੋ ਜਿਹੇ ਵੀ ਸੀ ਜਿਹੜੇ ਕਹਿੰਦੇ ਸੀ ਪਾਣੀ ਦੀ ਮਸ਼ਕ ਭਰ ਕੇ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਹਮਕੋ ਬਣਾਈ। ਸਾਡਾ ਬਜ਼ੁਰਗ ਵੀ ਸੀ ਭਾਈ ਕਨਈਆ ਜੀ, ਮਹਿਰਾ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ। ਉਹ ਬਜ਼ੁਰਗ ਵੀ ਅੱਗੇ ਸਨ, ਪਾਣੀ ਦੀ ਮਸ਼ਕ ਭਰ ਲੈਂਦੇ ਨੇ, ਜੇਠ ਹਾੜ ਦਾ ਮਹੀਨੇ ਸਭ ਨੂੰ ਪਾਣੀ ਪਿਆਈ ਜਾਂਦੇ ਨੇ। ਇਹੋ ਜਿਹੇ ਸਿੱਖ ਵੀ ਨੇ। ਨਾਲ ਚਲਦਿਆਂ ਚਲਦਿਆਂ ਫਿਰ ਬੇਅੰਤ ਸਿੱਖਾਂ ਦੀ ਗਿਣਤੀ ਅੱਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਬੈਠੇ। ਇਹ ਇਲਾਕਾ ਜਿਹੜਾ ਸੀ ਨਾ ਖੁੱਲ੍ਹਾ ਇਲਾਕਾ ਸੀ, ਬਹੁਤ ਪ੍ਰੇਮ ਕਰਨ ਵਾਲਾ ਸੀ, ਭਾਵ ਪ੍ਰੇਮ ਭਾਵਨਾ ਸੀ ਸਭ ਦੇ ਅੰਦਰ। ਇਸ ਇਲਾਕੇ ਦੇ ਵਿੱਚ ਭੁੱਚੋ ਇਲਾਕੇ ਦੇ ਵਿੱਚ ਨੇੜੇ ਨਾ ਇੱਕ ਮਾਤਾ ਰਹਿੰਦੀ ਹੈ ਜਿਹਦਾ ਨਾਮ ਮਾਤਾ ਦੇਸਾਂ ਜੀ। ਉਹਦੇ 4 ਪੁੱਤਰ ਨੇ ਮਾਤਾ ਦੇ 4। ਪਰ ਮਾਤਾ ਦੇ ਨਾਲ ਜਿਹੜਾ ਉਹ ਬਹੁਤ ਵਧੀਆ ਵਰਤਾਅ ਨਹੀਂ ਕਰ ਰਹੇ। ਮਾਤਾ ਅੰਦਰ ਬੈਠੀ ਹੈ, ਕਮਰੇ ਵਿੱਚ ਬੈਠੀ ਨੇ, ਇੱਕ ਉਹਦੀ ਨਾਲ ਸੇਵਾਦਾਰਨੀ ਹੈ। ਉੱਥੇ ਆਪਣਾ ਦੋਨੋਂ ਜਾਣੀਆਂ ਭੋਜਨ ਬਣਾ ਲੈਂਦੀਆਂ, ਛਕ ਲੈਂਦੀਆਂ ਨੇ। ਬਸ ਬਾਹਰ ਜਾਣ ਦੀ ਇਜਾਜ਼ਤ ਨਹੀਂ। ਪੁੱਤਰਾਂ ਨੇ ਗੇਟ ਬੰਦ ਕਰ ਦਿੱਤਾ, ਉਹਦੇ ਅੱਗੇ ਇੱਕ ਕੰਧ ਕੱਢ ਦਿੱਤੀ, ਹੋਰ ਕੱਚੀ ਕੰਧ। ਤੇ ਉਸ ਕੰਧ ਦੇ ਅੰਦਰ ਜਿਹੜਾ ਗੇਟ ਲੱਗਿਆ, ਗੇਟ ਦੇ ਅੰਦਰ ਮਾਤਾ ਬੈਠੀ ਹੈ। ਤੇ ਉਹ ਇੰਨੇ ਜਿਹੜਾ ਸਖਤ ਪਹਿਰਿਆਂ ਦੇ ਵਿੱਚ ਜਿਹੜੀ ਉਹਦੀ ਤਾਰ ਹੈ ਨਾ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲੇ ਪਹੁੰਚਦੀ ਹੈ। ਕਹਿੰਦੇ ਸੱਚੇ ਦਿਲੋਂ ਦੇਖੋ ਯਾਦ ਕਰਕੇ ਮਹਾਰਾਜ ਨੂੰ। ਤੇ ਜਦੋਂ ਸੱਚੇ ਦਿਲੋਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਨਾ, ਫਿਰ ਮਹਾਰਾਜ ਜੀ ਨੇ ਲਿਖਿਆ ਆਪਣੀ ਪਾਵਨ ਗੁਰਬਾਣੀ ਅੰਦਰ, ਫਰਮਾਨ ਕਰਦੇ ਕਹਿੰਦੇ ਤੁਸੀਂ ਸੱਚੇ ਦਿਲੋਂ ਯਾਦ ਕਰੋ। ਭਾਵੇਂ ਜਿੱਥੇ ਮਰਜੀ ਬੈਠੇ ਹੋ, 7 ਜਿੰਦਿਆਂ ਵਿੱਚ ਬੈਠੇ ਹੋ, ਕਿਤੇ ਮਰਜੀ ਬੈਠੇ ਹੋ, ਜਦੋਂ ਰੱਬ ਨੂੰ ਯਾਦ ਕਰਿਆ ਉਹਦੀ ਤਾਰ ਤਾਂ ਗੁਰਾਂ ਦੇ ਕੋਲੇ ਪਹੁੰਚਦੀ। ਸੱਚੇ ਦਿਲੋਂ ਯਾਦ ਜੋ ਕਰੇ ਉਹਦੀ ਤਾਰ ਤਾਂ ਗੁਰਾਂ ਦੇ ਕੋਲੇ ਪਹੁੰਚਦੀ ਵੇ।
ਸੱਚੇ ਦਿਲੋਂ ਯਾਦ ਜੋ ਕਰੇ। ਉਹਦੀ ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਯਾਦ ਜੋ ਕਰੇ। ਉਹਦੀ ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਯਾਦ ਜੋ ਕਰੇ। ਉਹਦੀ ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਯਾਦ ਜੋ ਕਰੇ। ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਯਾਦ ਜੋ ਕਰੇ। ਮਹਾਰਾਜ ਜੀ ਕਹਿਣ ਲੱਗੇ ਪਰਮਾਤਮਾ ਨੂੰ, ਰੱਬ ਦੇ ਪਿਆਰੇ ਨੂੰ ਹਿਰਦੇ ਵਿੱਚੋਂ ਯਾਦ ਕਰੋ, ਡਹਿੰਗਾਈ ਦੇ ਵਿੱਚੋਂ, ਹਿਰਦੇ ਚੋਂ, ਗਲ ਚੋਂ ਨਹੀਂ। ਇੱਕ ਮਨੁੱਖ ਗਲ ਚੋਂ ਯਾਦ ਕਰਦਾ ਹੈ, ਉਹਦੀ ਬਾਰੀ ਵੀ ਬਾਬਤ ਵੀ ਮਹਾਰਾਜ ਜੀ ਫਰਮਾਨ ਕਰਦੇ ਹਨ। ਜਿਹੜਾ ਗਲ ਚੋਂ ਯਾਦ ਕਰਦਾ ਉਹਨੂੰ ਕੀ ਕਹਿੰਦੇ ਨੇ? ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਹਿੰਦੇ ਉਹ ਜਿਵੇਂ ਮੈਂ ਪਹਿਲਾਂ ਅਰਜ਼ ਕਰਿਆ, ਉਹ ਬੱਧਾ ਚੱਟੀ ਵਾਲਾ ਕੰਮ ਹੈ ਵੀ ਆਹ ਕਰਨਾ ਪੈਂਦਾ, ਹੁਣ ਤਾਂ ਕੀ ਕਰੀਏ। ਇੱਕ ਹੁੰਦਾ ਪ੍ਰੇਮ, ਦਿਲੀ ਪ੍ਰੇਮ। ਵੈਸੇ ਸੇਵਕ ਦਾ ਜਿਹੜਾ ਕੰਮ ਹੈ ਨਾ, ਉਹ ਹੈ ਹੀ ਪ੍ਰੇਮ ਦਾ। ਹੁਣ ਧੰਨ ਕਲਗੀਧਰ ਪਾਤਸ਼ਾਹ ਮਾਝੀ ਕੋਲੇ ਤਾਰ ਉਹ ਪਹੁੰਚ ਗਈ ਉਸ ਮਾਤਾ ਦੇਸਾਂ ਦੀ। ਉਸ ਮਾਤਾ ਦੇ ਪੁੱਤਰ ਨੇ ਰੋਜ਼ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਜਾਂਦੇ ਨੇ, ਬਹੁਤ ਪਿਆਰ ਕਰਦੇ, ਲੰਬੇ ਲੰਬੇ ਕੱਦ ਨੇ ਉਹਨਾਂ ਦੇ। ਭਾਈ ਸੰਤੋਖ ਸਿੰਘ ਨੇ ਲਿਖਿਆ, ਲੰਬੇ ਕੱਦ ਤੇ ਖੁੱਲੇ ਕੱਪੜੇ ਪਾਉਣੇ, ਭਾਵ ਉਹਨਾਂ ਨੇ ਖੁੱਲੇ ਖੁੱਲੇ ਵਸਤਰ ਪਾਉਣੇ। ਚਾਦਰਾਂ ਦੀ ਰੀਤ ਜਿਹੜੀ ਚੱਲਦੀ ਹੈ ਨਾ, ਚਾਦਰੇ ਪਾਉਣੇ, ਝੁੱਗੇ ਖੁੱਲੇ ਪਾਉਣੇ, ਪੱਗ ਬੰਨਣੀ, ਤੁਰਲੇ ਵਾਲੀ ਪੱਗ ਬੰਨ ਲੈਣੀ ਉਹਨਾਂ ਨੇ। ਇਹ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ। ਪ੍ਰਾਤਨ ਸਮੇਂ ਵਿੱਚ ਸਭ ਤੋਂ ਪਹਿਲਾਂ ਨਿਗਾਹ ਮਾਰੋ, ਜਦੋਂ ਮਨੁੱਖ ਪੈਦਾ ਕੀਤਾ ਉਦੋਂ ਵਸਤਰ ਪਾਉਣ ਦਾ ਕੋਈ ਪਤਾ ਹੀ ਨਹੀਂ ਹੁੰਦਾ। ਸਭ ਤੋਂ ਪਹਿਲਾਂ ਉਹ ਕੇਲਿਆਂ ਦੇ ਵਸਤਰਾਂ ਦੇ ਨਾਲ ਤਨ ਕੱਜ ਲੈਣਾ, ਫਿਰ ਹੌਲੀ ਹੌਲੀ ਸੋਝੀ ਆਈ, ਵਸਤਰ ਬਣਿਆ। ਫਿਰ ਉਹ ਕੱਪੜਾ ਸਿਉਣਾ ਨਹੀਂ ਸੀ ਆਉਂਦਾ, ਜਿਵੇਂ ਮੈਂ ਕੱਲ੍ਹ ਅਰਜ਼ ਕਰੀ ਹੈ, ਉਹ ਕੱਪੜਾ ਸਿਉਣਾ ਨਹੀਂ ਸੀ ਆਉਂਦਾ। ਉਸ ਕੱਪੜੇ ਦੇ ਨਾਲ ਤਨ ਢੱਕਿਆ ਜਾਂਦਾ ਸੀ ਆਪਣਾ। ਸਾਧੂ ਮਹਾਂਪੁਰਖ ਤਨ ਢੱਕ ਲੈਂਦੇ ਨੇ। ਅੱਜ ਅਸੀਂ ਵੀ ਇੱਕ ਦੂਸਰੇ ਤੋਂ ਤਨ ਹੀ ਢੱਕਿਆ ਹੋਇਆ, ਦੂਸਰੇ ਨੂੰ ਦੂਸਰੇ ਦਾ ਸਰੀਰ ਨਾ ਦਿਸੇ, ਤਨ ਢੱਕਿਆ, ਕੱਪੜੇ ਨਾਲ ਤਨ ਢੱਕਿਆ ਹੋਇਆ। ਬਸ ਇੰਨਾ ਕੀ ਪਰਮਾਤਮਾ ਦਾ ਫਾਸਲਾ ਸਾਡੇ ਨਾਲੋਂ। ਜਿਵੇਂ ਸਾਡੇ ਸਰੀਰ ਰੂਪੀ ਤਨ ਦੇ ਉੱਤੇ ਕੱਪੜਾ ਪਾਇਆ ਹੋਇਆ ਹੈ, ਤੇ ਪਰਮਾਤਮਾ ਦੇ ਤੇ ਵਿਚਾਲੇ ਸਾਡੇ ਇੰਨਾ ਕੀ ਜਿਹੜਾ ਉਹ ਫਾਸਲਾ ਹੈ। ਮਾਝੀ ਕਹਿੰਦੇ, ਭਾਮ ਭੀਰੀ ਕੈ ਪਾਤ ਪਾਰ ਦੋ, ਪੇਖਤ ਹੀ ਦੁਰਾਇਓ। ਜਿਹੜੀ ਉੱਡਣ ਵਾਲੀ ਭੰਬੀਰੀ ਹੁੰਦੀ ਹੈ ਨਾ, ਕਈ ਉਹਨੂੰ ਜਿਹੜਾ ਉਹ ਤਿਤਲੀ ਵੀ ਕਹਿੰਦੇ ਨੇ, ਬੱਚੇ ਜਿਵੇਂ ਛੋਟੇ ਹੁੰਦੇ ਨੇ, ਤੇ ਉਹਦਾ ਜਿਹੜੇ ਆਲੇ ਦੁਆਲੇ ਖੰਭ ਹੁੰਦੇ ਨੇ, ਕਹਿੰਦੇ ਇੰਨਾ ਕੀ ਜਿਹੜਾ ਪੜਦਾ ਹੈ ਸਾਡੇ ਤੇ ਪਰਮੇਸ਼ਰ ਦੇ ਦੁਆਰੇ। ਜਦੋਂ ਪੜਦਾ ਖੁੱਲ ਗਿਆ ਤੇ ਫੇਰ ਤਾਂ ਸਦਾ ਅੰਗ ਸੰਗੇ ਅਪੰਗੰ ਬਪੁੱਤੇ। ਪਰ ਵਿਦਵਾਨ ਲਿਖਦੇ ਨੇ, ਕਹਿੰਦੇ ਉਹ ਭੰਬੀਰੀ ਦੀ ਉਮਰ ਜਿਹੜੀ ਹੈ ਨਾ, ਉੱਡਣ ਵਾਲੀ ਦੀ ਤਿਤਲੀ ਜਿਹੜੀ ਉਮਰ ਆ, ਉਹ ਕੇਵਲ 14 ਦਿਨਾਂ ਦੀ ਲਿਖੀ ਹੈ ਵਾਹਿਗੁਰੂ ਜੀ, 14 ਦਿਨਾਂ ਦੀ। ਉਹਨੂੰ ਪਤਾ ਵੀ ਹੈ ਮੇਰੀ ਉਮਰ 14 ਦਿਨਾਂ ਦੀ ਹੋਈ ਹੈ ਕੇਵਲ, ਪਰ ਉੱਡ ਉੱਡ ਕੇ ਖੁਸ਼ੀਆਂ ਮਨਾਉਂਦੀ ਹੈ। ਕਿਸੇ ਨੇ ਪੁੱਛਿਆ, ਭੰਬੀਰੀ ਤੇਰੀ ਉਮਰ ਤਾਂ ਬਹੁਤ ਛੋਟੀ ਹੈ, ਤੂੰ ਖੁਸ਼ੀਆਂ ਮਨਾਉਣੀ ਹੈ? ਉਹ ਕਹਿੰਦੀ, ਸ਼ੁਕਰ ਹੈ ਮੈਨੂੰ ਪ੍ਰਮਾਤਮਾ ਨੇ ਇੰਨੀ ਕੁ ਉਮਰ ਤਾਂ ਦੇ ਦਿੱਤੀ। ਜੇ ਮੈਂ ਨਿਰਾਸ਼ ਹੁੰਦੀ ਵੀ ਮੇਰੀ ਉਮਰ ਥੋੜੀ ਹੈ, ਫਿਰ ਕਿਹੜਾ ਰੱਬ ਮੇਰੀ ਉਮਰ ਵਧਾ ਦਿੰਦਾ। ਜਿਹੜਾ ਸਮਾਂ ਹੱਥ ਵਿੱਚ ਆ ਉਹਨੂੰ ਸਫਲਾ ਕਰਨਾ, ਖੁਸ਼ ਹੋ ਕੇ, ਇਸ ਤਰ੍ਹਾਂ ਖਿੜਿਆ ਖਿੜਿਆ ਰਹਿ ਕੇ ਉਹ ਸਮੇਂ ਨੂੰ ਸਫਲਾ ਕਰਨਾ ਹੈ। ਹੁਣ ਜਾ ਕੇ ਰੋਜ਼ ਅਰਜ਼ ਕਰਦੇ ਨੇ, ਜਿਹਦੇ ਵਿੱਚ ਭਾਈ ਰਾਮ ਸਿੰਘ ਜੀ, ਭਾਈ ਰਾਮਾ, ਭਾਈ ਫੱਤਾ, ਕਿਉਂਕਿ ਅੰਮ੍ਰਿਤ ਛਕ ਕੇ ਫਿਰ ਸਿੰਘ ਬਣ ਗਏ। ਉਹ 4 ਭਰਾ ਨੇ ਸਕੇ। ਮਹਾਰਾਜ ਅੱਗੇ ਜਾ ਕੇ ਬੇਨਤੀ ਕਰਦੇ ਨੇ, ਸੱਚਾ ਪਾਤਸ਼ਾਹ ਕਿਰਪਾ ਕਰੋ, ਸਾਡੇ ਵੀ ਕਿਤੇ ਭਾਗ ਲਾ ਦਿਓ। ਪਹਿਲੇ ਪਹਿਰ ਮਹਾਰਾਜ ਜੀ ਬਾਣੀ ਲਿਖਦੇ ਨੇ, 6 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੀ ਆ ਬਾਣੀ ਦਾ ਦਰਸ਼ਨ ਕਰਦੇ ਆ ਨਾ, ਇਹ 6 ਵਜੇ ਤੋਂ ਲੈ ਕੇ 9 ਵਜੇ ਤੱਕ ਪਹਿਲਾਂ ਬਾਣੀ ਦਾ ਉਚਾਰਨ ਕਰਦੇ ਨੇ। ਫਿਰ 9 ਤੋਂ ਲੈ ਕੇ 12, 12 ਤੋਂ ਲੈ ਕੇ 3, ਇਹ ਫਿਰ 2-3 ਘੰਟੇ ਮਹਾਰਾਜ ਜੀ ਵਿਸ਼ਰਾਮ ਕਰਦੇ ਨੇ। ਕੁਝ ਜਿਹੜੇ ਆਲੇ ਦੁਆਲੇ ਸੇਵਕ ਨੇ ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਨੇ।
ਜਦੋਂ ਬਾਣੀ ਉਚਾਰਨ ਕਰਦੇ ਨੇ ਫਿਰ ਸਾਰੇ ਸਿੱਖ ਬਹਿ ਜਾਂਦੇ ਨੇ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ, ਬਾਣੀ ਸੁਣਦੇ ਨੇ, ਉਚਾਰਦੇ ਨੇ। ਮਹਾਰਾਜ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਲਿਖੀ ਜਾਂਦੇ ਨੇ। ਫਿਰ ਜਦੋਂ ਤੀਆ ਪਹਿਰ ਹੋ ਜਾਂਦਾ ਫਿਰ ਮਹਾਰਾਜ ਜੀ ਫੇਰ ਬੁਲਾ ਲੈਂਦੇ ਨੇ, ਫਿਰ ਦਰਬਾਰ ਸੱਜ ਜਾਂਦਾ, ਫਿਰ ਉਹ ਗੁਰਬਾਣੀ ਦੇ ਉਨੀ ਕਦੇ ਅਰਥ ਕਰਕੇ ਸਮਝਾਉਂਦੇ ਨੇ ਮਹਾਰਾਜ ਜੀ। ਹੁਣ ਜਾ ਕੇ ਚਾਰੇ ਭਰਾਵਾਂ ਨੇ ਬੇਨਤੀ ਕਰੀ, ਸੱਚੇ ਪਾਤਸ਼ਾਹ ਸਾਡੇ ਘਰ ਵੀ ਕਿਤੇ ਮੁਬਾਰਕ ਚੱਲਣ ਪਾ ਦਿਓ। ਮਹਾਰਾਜ ਕਹਿੰਦੇ ਕਿ ਜ਼ਰੂਰ ਆਵਾਂਗੇ ਤੁਹਾਡੇ ਘਰ। ਇਹ ਤੁਹਾਡੀ ਅਰਦਾਸ ਨਹੀਂ, ਇਹ ਤੁਹਾਡੇ ਘਰ ਵਿੱਚ ਬੈਠੀ ਮਾਤਾ ਦੇਸਾਂ ਦੀ ਅਰਦਾਸ ਹੈ ਸਾਡੇ ਚਰਨਾਂ 'ਚ, ਜ਼ਰੂਰ ਆਵਾਂਗੇ। ਮਾਤਾ ਦੇਸਾਂ ਨੇ ਅੱਕ ਸੀਜ਼ਨ, ਅੱਕ ਗਰਮੀ ਦੇ ਮਹੀਨੇ ਉਹ ਖਿੜ ਜਾਂਦਾ, ਉਹਦੇ ਵਿੱਚ ਫੁੱਟੀਆਂ ਜੀਆਂ ਪੈਦਾ ਹੁੰਦੀਆਂ ਨੇ। ਉਹ ਫੁੱਟੀਆਂ ਤੋੜ ਤੋੜ ਕੇ ਮਾਤਾ ਦੇਸਾਂ ਨੇ ਤੇ ਨਾਲ ਇੱਕ ਬੰਦੀ ਨੇ ਇੱਕ ਖੱਦਰ ਦਾ ਖੇਸ ਬੁਣ ਲਿਆ ਮਹਾਰਾਜ ਵਾਸਤੇ। ਮਨ ਵਿੱਚ ਭਾਵਨਾ ਦੀ ਗੱਲ ਕਰਦਾ, ਭਾਵਨਾ ਇੰਨੀ ਹੈ ਵੀ ਜਦੋਂ ਮਹਾਰਾਜ ਆਉਣਗੇ ਉਹਨਾਂ ਦੇ ਮੋਢਿਆਂ ਦੇ ਉੱਤੇ ਇਹ ਖੇਸ ਦੇਵਾਂਗੇ। ਤੇ ਜਿਹੜੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਇਹੋ ਜਿਹੀਆਂ ਕੀਮਤੀ ਬਸਤਰ ਪਾਉਣ ਵਾਲੇ, ਤੇ ਅੱਜ ਪ੍ਰੇਮ ਦੇ ਵਿੱਚ ਆ ਕੇ ਮਾਤਾ ਜਿਹੜੀ ਗੁਰਦਈ ਤੋਂ ਵੀ ਖੱਦਰ ਦਾ ਖੇਸ ਲਿਆਂਦਾ, ਇੱਧਰ ਮਾਤਾ ਦੇਸਾਂ ਤਿਆਰ ਕਰਕੇ ਇੱਕ ਛੋਟੀ ਜੀ ਮੰਜੀ ਉੱਤੇ ਉਹ ਜਿਹੜਾ ਖੇਸ ਰੱਖਿਆ, ਮੰਜੀ ਦੇ ਉੱਤੇ ਨਹੀਂ ਮਾਂ ਬਹਿੰਦੀ, ਥੱਲੇ ਬਹਿੰਦੀ ਹੈ। ਕਿਉਂ? ਇਸ ਮੰਜੀ ਦੇ ਉੱਤੇ ਆ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਸੱਜ ਜਾਣ, ਤੇ ਨਾਲ ਨਾਲ ਜਿਹੜਾ ਇਹ ਖੇਸ ਮਹਾਰਾਜ ਜੀ ਆਪਣੇ ਪਵਿੱਤਰ ਸਰੀਰ ਦੇ ਉੱਤੇ ਲੈ ਲੈਣ। ਐਡੀ ਭਾਵਨਾ ਵੱਜ ਗਈ। ਪਰ ਹੈ ਉਸ ਜਿਹੜਾ ਘਰ ਦੇ ਵਿੱਚ ਛੋਟਾ ਜਿਹਾ ਵਿਹੜਾ, ਉਹਦੇ ਵਿੱਚ ਇਕੱਲੀ ਹੋਈ ਹੈ। ਅੱਜ ਉੱਥੇ ਗੁਰਦੁਆਰਾ ਬੜਾ ਆਲੀਸ਼ਾਨ ਬਣਿਆ ਹੋਇਆ। ਇਹ ਪੁਰਾਤਨ ਨਿਸ਼ਾਨੀ ਮਹਾਰਾਜ ਦੀ ਅੱਜ ਵੀ ਪਈ ਹੈ। ਛੋਟੀ ਮੰਜੀ, ਉਹੀ ਖੇਸ, ਜਿਸ ਕਮਰੇ ਵਿੱਚ ਬੈਠੇ, ਕੱਚੀਆਂ ਕੜੀਆਂ ਦਾ ਕਮਰਾ ਅੱਜ ਸਾਂਭ ਕੇ ਰੱਖਿਆ ਹੋਇਆ। ਨਹੀਂ ਤਾਂ ਬਾਬੇ ਕਾਰ ਸੇਵਾ ਵਾਲੇ ਚੱਕ ਕੇ ਸਭ ਕੁਝ ਮਾਰਦੇ ਨੇ। ਪਰ ਉਹ ਇੱਕ ਨਿਸ਼ਾਨੀ ਪਤਾ ਨਹੀਂ ਕਿਵੇਂ ਛੱਡ ਦਿੱਤੀ ਇਹਨਾਂ ਨੇ। ਇਤਿਹਾਸ ਦੇ ਵੈਰੀ, ਗੁਰਦੁਆਰਿਆਂ ਦੇ ਵੈਰੀ, ਇਹ ਜਿਹੜੀ ਹੈ ਨਾ ਰੰਗੇ ਦੀ ਲਾਦ, ਇਹਨਾਂ ਨੇ ਸਭ ਪੁਰਾਤਨ ਗੁਰਦੁਆਰੇ ਢਾਹ ਢਾਹ ਕੇ ਨਵੇਂ ਬਣਾਤੇ। ਨਵੇਂ ਪੱਥਰ, ਨਾ ਇਹ ਪੱਥਰ ਸਿਆਲ 'ਚ ਕੰਮ ਆਵੇ, ਨਾ ਇਹ ਪੱਥਰ ਗਰਮੀ ਵਿੱਚ ਕੰਮ ਆਵੇ। ਪਹਿਲਾਂ ਪੁਰਾਤਨ ਸਮੇਂ ਵਿੱਚ ਕੱਚੇ ਗੁਰਦੁਆਰੇ, ਕੱਚੇ ਘਰ ਹੁੰਦੇ ਸਾਡੇ ਵੀ, ਮਿੱਟੀ ਫੇਰਦੇ ਹੁੰਦੇ, ਉਹਦੇ ਉੱਤੇ ਦੇਖੋ ਕਿੰਨਾ ਆਨੰਦ ਸੀ। ਪਰ ਉਹ ਥੋੜ੍ਹਾ ਜਿਹਾ ਭੋਰੇ ਦੇ ਰੂਪ ਦੇ ਵਿੱਚ ਅੱਜ ਹੀ ਰੱਖਿਆ ਹੋਇਆ। ਚੱਕ ਫਤਿਹ ਸਿੰਘ ਵਾਲਾ ਪੁੱਚੋ ਦੇ ਲਾਗੇ ਪੈ ਜਾਂਦਾ ਪਿੰਡ ਇਹ। ਉੱਥੇ ਉਹ ਥੱਲੇ ਗੁਰਦੁਆਰਾ ਸਾਹਿਬ ਬਣਿਆ, ਉਹ ਵਾਹਿਗੁਰੂ ਥੱਲੇ ਭੋਰਾ ਬਣਿਆ, ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ, ਬੜਾ ਸੁੰਦਰ। ਚਲੋ ਖੈਰ, ਧੰਨ ਮਾਤਾ ਦੇਸਾਂ ਦੀਆਂ ਅਰਦਾਸਾਂ ਬੇਨਤੀਆਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਪਹੁੰਚਦੀਆਂ ਨੇ। ਤੇ ਜਾ ਕੇ ਚਾਰੇ ਭਰਾਵਾਂ ਨੇ ਅਰਜ਼ ਕਰੀ, ਸੱਚਾ ਪਾਤਸ਼ਾਹ ਕਿਰਪਾ ਕਰ ਦਿਓ, ਸਾਡੇ ਘਰ ਵੀ ਮੁਬਾਰਕ ਚੱਲਣ ਪਾ ਦੇ। ਤੇ ਬੇਨਤੀ ਪ੍ਰਵਾਨ ਹੋ ਗਈ। ਮਹਾਰਾਜ ਜੀ ਨੇ ਸਮਾਂ ਦਿੱਤਾ, ਤੁਹਾਡੇ ਘਰ ਆਵਾਂਗੇ, ਕੱਲ ਜਾਂ ਪਰਸੋਂ ਤੱਕ ਤੁਹਾਡੇ ਘਰ ਆਵਾਂਗੇ। ਦੇਖਿਆ, ਉਹ ਮਹਾਰਾਜ ਜੀ ਨੇ ਸਮਾਂ ਦੇ ਦਿੱਤਾ। ਭਾਈ ਰਾਮ ਸਿੰਘ ਕਹਿੰਦਾ ਮੈਂ ਆਪਣੇ ਘਰ ਲੈ ਕੇ ਜਾਊਂ, ਭਾਈ ਫੱਤਾ ਕਹਿੰਦਾ ਮੈਂ ਆਪਣੇ ਘਰ ਲੈ ਕੇ ਜਾਊਂ, ਭਾਈ ਤਖਤ ਮੱਲ ਕਹਿੰਦਾ, ਭਾਈ ਬਖਤ ਮੱਲ, ਚਾਰ ਭਰਾ ਹੋਏ ਨੇ। ਉਹ ਕਹਿੰਦਾ ਮੈਂ ਆਪਣੇ ਘਰ ਲੈ ਕੇ ਜਾਊਂ, ਕਹਿੰਦਾ ਮੈਂ ਆਪਣੇ ਘਰ ਲੈ ਕੇ ਜਾਊਂ। ਪਰ ਕਿਸੇ ਨੇ ਨਹੀਂ ਇਹ ਕਿਹਾ ਵੀ ਆਪਣੀ ਮਾਤਾ ਦੇ ਘਰ ਲੈ ਕੇ ਚੱਲਾਂਗੇ ਚਾਰੇ ਜਾਣੇ, ਉੱਥੇ ਆਪਾਂ ਬਹਿ ਜਾਾਂਗੇ, ਮਹਾਰਾਜ ਦੇ ਬਚਨ ਸੁਣਾਂਗੇ, ਨਾਲੇ ਮਾਂ ਮਿਲ ਲੂਗੀ। ਨਹੀਂ, ਉਹਦੇ ਉੱਤੇ ਜੇਜੀਆ ਲਾਇਆ ਹੋਇਆ। ਤੇ ਧੰਨ ਭਾਈ ਰਾਮਾ ਤੇ ਫਤਿਹ ਜਦੋਂ ਪਤਾ ਲੱਗਿਆ ਉਹ ਮਹਾਰਾਜ ਆਪਣੇ ਘਰ ਆਉਣਗੇ, ਉਹ ਕਹਿੰਦੇ ਉਹ ਕਰਦੇ ਆ, ਆਪਾਂ ਘਰ 'ਚ ਨਹੀਂ ਲੈ ਕੇ ਆਉਂਦੇ, ਜੇ ਤੂੰ ਲਿਆਇਆ ਫਿਰ ਤੇਰਾ ਰੋਸ ਹੋ ਜੂ, ਮੈਂ ਲਿਆਇਆ ਮੇਰੇ ਨਾਲ ਹੋ ਜੂਗਾ। ਆਪਾਂ ਇਉਂ ਕਰਦੇ ਆ, ਆਪਣਾ ਖੇਤ ਪੈ ਜਾਂਦਾ ਰਸਤੇ ਵਿੱਚ, ਉਸ ਖੇਤ ਉੱਤੇ ਇੱਕ ਜਿਹੜੀ ਆ ਕੱਖਾਂ ਕਾਨਿਆਂ ਦੀ ਛੰਨ ਬਣਾ ਲੈਂਦੇ ਆ। ਛੰਨ ਬਣਾ ਕੇ ਉਹਦੇ ਵਿੱਚ ਪਲੰਘਾਂ ਲਾ ਦਿੰਦੇ, ਆਲੇ ਦੁਆਲੇ ਜਿਹੜਾ ਉਹ ਛਿੜਕਾਅ ਕਰ ਦਿੰਦੇ ਆ। ਠੰਡੀ ਹਵਾ ਆਊਗੀ, ਗਰਮੀ ਦਾ ਮਹੀਨਾ, ਠੰਡੀ ਹਵਾ ਆਊਗੀ, ਤੇ ਮਹਾਰਾਜ ਨੂੰ ਉੱਥੇ ਬਿਠਾ ਕੇ ਜਿਹੜਾ ਉਹ ਆਨੰਦ ਮਾਣਾਂਗੇ ਆਪਾਂ ਸਾਰੇ। ਉੱਥੇ ਜਲ ਪਾਣੀ ਦਾ ਪ੍ਰਬੰਧ ਕਰ ਦਿਆਂਗੇ। ਮਨ ਵਿੱਚ ਕੁਟਲਤਾ ਹੈ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਮਨ ਵਿੱਚ ਕੁਝ ਹੋਰ ਹੈ। ਮਨ ਵਿੱਚ ਇਹ ਹੈ ਵੀ ਕਿਤੇ ਜੇ ਪਿੰਡ ਚਲੇ ਗਏ, ਆਪਣੀ ਮਾਤਾ ਦੇ ਘਰ ਨਾ ਚਲੇ ਜਾਣ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਰ-ਬਾਰ ਕਹਿ ਰਹੇ ਸੀ, ਓਏ ਮੈਨੂੰ ਤਾਂ ਅਰਦਾਸਾਂ ਹੀ ਉਸ ਦੀਆਂ ਆਈ ਜਾਂਦੀਆਂ, ਉਸ ਮਾਂ ਦੀਆਂ ਜਿਹੜੇ ਸੁਪਨੇ ਨੇ ਨਾ, ਜਿਹੜੀਆਂ ਮਾਂ ਦੀਆਂ ਅਰਜ਼ੋਈਆਂ ਨੇ, ਉਹ ਮੇਰੇ ਕੋਲੇ ਪਹੁੰਚ ਰਹੀਆਂ ਹਨ। ਚਲੋ ਮਹਾਰਾਜ ਜੀ ਘੋੜ ਸਵਾਰ ਹੋ ਕੇ ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਜੀ,
ਭਾਈ ਦਇਆ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਘੋੜੇ ਤੇ ਸਵਾਰ ਹੋ ਕੇ ਭਾਈ ਰਾਮੇ ਨੂੰ ਕਹਿਣ ਲੱਗੇ, ਲੈ ਤਿਆਰੀ ਕਰ, ਆ ਗਏ ਅਸੀਂ ਤਾਂ ਤੇਰੇ ਘਰ। ਭਾਈ ਰਾਮਾ ਹੁਣ ਉਸ ਟਿੱਬੇ ਦੇ ਉੱਤੇ ਬੜੀ ਸੁੰਦਰ ਜਿਹੜੀ ਉਹ ਛੰਨ ਬਣਾਈ ਹੋਈ ਹੈ। ਮਹਾਰਾਜ ਨੇ ਉਸੇ ਰਸਤੇ ਆਉਣਾ, ਅੱਗੇ ਅੱਗੇ ਉਹ ਭਰਾ ਆ ਰਹੇ ਨੇ ਤੇ ਆ ਕੇ ਬੇਨਤੀ ਕਰੀ, ਸੱਚੇ ਪਾਤਸ਼ਾਹ ਤੁਹਾਡੇ ਠਹਿਰਾਅ ਵਾਸਤੇ ਮਕਾਨ ਬਣਾਏ ਆ ਤੇ ਇਹਦੇ ਵਿੱਚ ਆਪਣੇ ਮੁਬਾਰਕ ਚਰਨ ਪਾਓ। ਮਹਾਰਾਜ ਅੰਦਰ ਜਾ ਕੇ ਬੈਠੇ, ਬੜਾ ਆਨੰਦ ਹੈ ਕਿਉਂਕਿ ਅੰਦਰੋਂ ਠੰਡੀ ਠੰਡੀ ਹਵਾ ਆਉਂਦੀ ਹੈ। ਉਹ ਪ੍ਰਾਤਨ ਛੰਨ ਹੈ ਜਿਹੜੀ ਭਲੀ ਸੁਹਾਵੀ ਛਾਪਰੀ ਜਮਹਿ ਗੁਣ ਗਾਏ, ਕਿਤੀ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਕਹਿੰਦੇ ਉਹ ਧੌਲਰ ਕਿਸੇ ਕੰਮ ਨਹੀਂ ਹੈ ਜਿੱਥੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਹੈ। ਉਹ ਨਹੀਂ ਮਹਾਰਾਜ ਨੇ ਕਿਹਾ ਵੀ ਮਕਾਨ ਮਾੜੇ ਨੇ, ਕੋਠੀਆਂ ਮਾੜੀਆਂ ਨੇ, ਨਹੀਂ। ਕਹਿੰਦੇ ਉਹ ਮਕਾਨ ਮਾੜਾ ਹੈ ਜਿਸ ਮਕਾਨ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਨਾ ਚੇਤੇ ਆਉਂਦਾ ਹੋਵੇ। ਇਹ ਸਰੀਰ ਰੂਪੀ ਮਕਾਨ ਦੇ ਵਿੱਚ ਰਹਿੰਦਿਆਂ ਹੋਇਆਂ ਮਨ ਨੂੰ ਜੇ ਪਰਮਾਤਮਾ ਦੀ ਯਾਦ ਨਾ ਆਵੇ ਤਾਂ ਇਹ ਸਰੀਰ ਵੀ ਬੇਕਾਰ ਹੈ। ਜਿੱਥੇ ਨਾਮ ਜਪੀਆ ਪ੍ਰਭ ਪਿਆਰੇ ਸੇ ਅਸਲ ਸੋਇ ਨ ਚਵਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਬਿੰਦਾ ਸਈ ਨਗਰ ਉਜਾੜੀ ਉਜਾੜੀ ਜੀਓ। ਕਹਿੰਦੇ ਉਹ ਤਾਂ ਉਜਾੜ ਹੈ, ਭਾਵੇਂ ਵੱਡੀ ਕੋਠੀ ਹੈ, ਸੋਨਾ ਵੀ ਲੱਗੇ ਉਹ ਨਾ ਲੱਗਿਆ ਹੋਵੇ। ਮਹਾਰਾਜ ਕਹਿਣ ਲੱਗੇ, ਜਿਸ ਛੰਨ ਦੇ ਵਿੱਚ, ਜਿਸ ਘਰ ਦੇ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਨਾ ਆਉਂਦਾ, ਕਹਿੰਦੇ ਇਹੋ ਜਿਹੇ ਘਰ ਤੋਂ ਲੈਣਾ ਕੀ ਹੈ। ਕਹਿੰਦੇ ਉੱਥੇ ਪਤਾ ਵਸਦੇ ਕੌਣ ਨੇ। ਮਹਾਰਾਜ ਜੀ ਨੇ ਪਵਿੱਤਰ ਬਾਣੀ ਅੰਦਰ ਕਹਿੰਦੇ, ਜਿਸ ਘਰ ਦੇ ਵਿੱਚ ਇੱਕ ਗੁਟਕਾ ਨਹੀਂ ਹੈ, ਜਿਸ ਘਰ ਦੇ ਵਿੱਚ ਥੋੜੀ ਜਿਹੀ ਜਗ੍ਹਾ ਨਹੀਂ ਰੱਖੀ ਹੋਈ ਪਰਮਾਤਮਾ ਦੇ ਨਾਮ ਲੈਣ ਵਾਸਤੇ, ਕਹਿੰਦੇ ਉੱਥੇ ਉਹ ਘਰ ਵੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਬਾਬਤ ਵੀ ਮਹਾਰਾਜ ਜੀ ਨੇ ਕਹਿ ਦਿੱਤਾ। ਕਹਿੰਦੇ ਜਿਹੜੇ ਉਸ ਘਰ ਦੇ ਵਿੱਚ ਰਹਿੰਦੇ ਨੇ ਨਾ, ਕਹਿੰਦੇ ਉਹ ਵੀ ਤੇ ਉਹਨਾਂ ਦਾ ਘਰ ਵੀ ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਲੋਕੋ ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਾਮ ਨਹੀਂ ਜਪਦੇ, ਉਹ ਨਾਮ ਨਹੀਂ ਜਪਦੇ, ਜਿਹੜੇ ਨਾਮ ਨਹੀਂ ਜਪਦੇ, ਨਾਮ ਨਹੀਂ ਜਪਦੇ, ਜਿਹੜੇ ਨਾਮ ਨਹੀਂ ਜਪਦੇ, ਨਾਮ ਨਹੀਂ ਜਪਦੇ, ਜਿਹੜੇ ਨਾਮ ਨਹੀਂ ਜਪਦੇ, 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 ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ 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 ਜਿਹੜੇ ਨਾਮ ਨਹੀਂ ਜਪਦੇ, ਜਿਹੜੇ ਨਾਮ ਨਹੀਂ ਜਪਦੇ, ਭੂਤ ਲੋਕੋ ਜਿਹੜੇ ਨਾਮ ਨਹੀਂ ਜਪਦੇ। ਅੱਜ ਕਹਿੰਦੇ ਸਈ ਨਗਰ ਉਜਾੜੀ ਜਿਉ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ। ਕਹਿੰਦੇ ਜਿਸ ਘਰ ਦੇ ਵਿੱਚ, ਜਿਸ ਦੇਵਰੀ ਵਿੱਚ ਪ੍ਰਮਾਤਮਾ ਦਾ ਨਾਮ ਨੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ, ਸਈ ਨਗਰ ਉਜਾੜੀ ਜਿਉ। ਮਹਾਰਾਜ ਕਹਿੰਦੇ ਉਹ ਨਗਰ ਵੀ ਉਜਾੜ ਹੈ, ਉਹ ਦਿਉਰੀ ਵੀ ਜਿਹੜੀ ਉਜਾੜ ਹੈ, ਕਿਉਂਕਿ ਉਹਦੇ ਅੰਦਰ ਪਰਮਾਤਮਾ ਦਾ ਕਿਤੇ ਭੁੱਲ ਕੇ ਵੀ ਉਹਨਾਂ ਨੇ ਵਾਹਿਗੁਰੂ ਨਹੀਂ ਕਿਹਾ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਬਹੁਤ ਫਾਇਦਾ ਜਪਣ ਦਾ, ਐਸੀ ਗੱਲ ਨਹੀਂ। ਜਿਨ੍ਹਾਂ ਨੇ ਨਾਮ ਜਪਿਆ ਨਾ, ਕਈ ਜਿਨ੍ਹਾਂ ਨੇ ਦਿਉਰੀ ਦੇ ਵਿੱਚ ਪਰਮਾਤਮਾ ਦਾ ਨਾਮ ਪਾਇਆ, ਮੈਂ ਉਹ ਖੁਦ ਵੇਖੇ ਨੇ, ਭਾਵੇਂ ਉਹ ਰਾੜੇ ਵਾਲੇ ਹੁੰਦੇ, ਇੱਕ ਬਲਵੰਤ ਸਿੰਘ ਸੰਤ, ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ, 100 ਤਕਰੀਬਨ 2-3 ਸਾਲ ਦੇ ਹੋ ਗਏ ਸੀ, ਤੇ ਸੇਵਾਦਾਰ ਇਸ ਤਰ੍ਹਾਂ ਹੱਥ ਬੰਨ ਕੇ ਉਹਨਾਂ ਦੇ ਅੱਗੇ ਖੜੇ ਹੁੰਦੇ ਸੀ। ਮੁੱਖ ਵਿੱਚ ਬੈਠਿਆਂ ਦੇ ਭੋਜਨ ਪਾਉਣਾ ਉਹਨਾਂ ਦੇ,
ਤਿੰਨ ਤਿੰਨ ਵਸਤਰ ਬਦਲ ਦਿੰਦੇ, ਇੱਕ ਦਿਨ ਵਿੱਚ ਇਹਦੀ 3 ਚੋਲੇ ਬਦਲ ਦਿੰਦੇ। ਤੇ ਫਿਰ ਉਹਨਾਂ ਨੇ ਇੱਕ ਦਿਨ ਉਹ ਜਿਹੜਾ ਸੇਵਕ ਸੀ ਕੋਲੇ ਰਹਿਣ ਵਾਲਾ, ਉਹਨੇ ਝੁੱਗਾ ਪਾਤਾ, ਚੋਲਾ ਪਾ ਦਿੱਤਾ। ਬੈਠੇ ਸੀ ਚੌਥੀ ਭੂਮਿਕਾ ਵਿੱਚ ਲੰਘੇ ਹੋਏ ਸੀ ਉਹ। ਉਹਨਾਂ ਨੇ ਚੋਲਾ ਫੜ ਕੇ ਆਪਣਾ ਕਿਹਾ, ਕਾਕਾ ਕਹਿੰਦੇ ਮੇਰਾ ਚੋਲਾ ਪੁਰਾਣਾ ਹੋ ਗਿਆ, ਨਵਾਂ ਪਾ ਦੇ। ਉਹ ਕਹਿੰਦਾ ਜੀ ਮੈਂ ਤਾਂ ਹੁਣੀ 2 ਮਿੰਟ ਹੀ ਹੋਏ ਨੇ ਪਾ ਕੇ ਹਟਿਆ। ਫੇਰ ਚੁੱਪ ਕਰਕੇ ਫੇਰ ਕਹਿਤਾ, ਕਾਕਾ ਮੇਰਾ ਚੋਲਾ ਪੁਰਾਣਾ ਹੋ ਗਿਆ ਪੁੱਤਰ, ਬੇਟਾ ਹੋਰ ਪਾ ਦੇ। ਉਹਨੇ ਲਾ ਕੇ ਹੋਰ ਪਾ ਦਿੱਤਾ। 2 ਮਿੰਟਾਂ ਬਾਅਦ ਫੇਰ ਬੁਲਾ ਕੇ ਕਹਿਣ ਲੱਗਿਆ, ਮੇਰਾ ਜਿਹੜਾ ਪਾਇਆ ਹੋਇਆ ਚੋਲਾ ਨੇ ਪੁਰਾਣਾ ਹੋ ਗਿਆ, ਹੋਰ ਪਾ ਦੇ। ਉਹ ਨਾ ਸਮਝ ਸਕਿਆ ਕਿ ਸਰੀਰ ਰੂਪੀ ਭਾਂਡਾ ਜਿਹੜਾ, ਸਰੀਰ ਰੂਪੀ ਚੋਲਾ ਜਿਹੜਾ ਉਹ ਪੁਰਾਣਾ ਹੋ ਗਿਆ। ਪਿਆ ਪੁਰਾਣਾ ਚੋਲਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਨ। ਇਸ ਕਰਕੇ ਮੈਂ ਅਰਜ਼ ਕਰਦਾ ਵੀ ਉਸ ਜਿਸ ਦਿਉਰੀ ਦੇ ਵਿੱਚ, ਚਲੋ ਇਹ ਉਦਾਹਰਨ ਲੈ ਲਓ ਇੱਕ ਛੋਟੀ ਜੀ, ਮੈਂ ਅਰਜ਼ ਕਰਦੇ ਹਾਂ ਸਾਡੇ ਘਰਾਂ ਵਿੱਚ ਭਾਂਡੇ ਪਏ ਨੇ। ਪੁਰਾਤਨ ਸਮੇਂ ਵਿੱਚ ਮਿੱਟੀ ਦੇ ਭਾਂਡੇ ਲਿਆਉਂਦੇ ਹੁੰਦੇ। ਇੱਕ ਮਿੱਟੀ ਦੀ ਚਾਟੀ ਹੁੰਦੀ ਜਿਹਦੇ ਵਿੱਚ ਲੱਸੀ ਰੜਕੀ ਜਾਂਦੀ, ਇੱਕ ਮਿੱਟੀ ਦਾ ਉਹ ਭਾਂਡਾ ਹੁੰਦਾ ਜਿਹਦੇ ਵਿੱਚ ਘਿਓ ਪਾ ਕੇ ਰੱਖਿਆ ਜਾਂਦਾ, ਇੱਕ ਭਾਂਡਾ ਹੁੰਦਾ ਜਿਹਦੇ ਵਿੱਚ ਅਲੱਗ ਲੱਸੀ ਪਾ ਕੇ ਰੱਖੀ ਜਾਂਦੀ, ਇੱਕ ਭਾਂਡਾ ਹੁੰਦਾ ਜਿਹਦੇ ਵਿੱਚ ਦੁੱਧ ਪਾ ਕੇ ਰੱਖਿਆ ਜਾਂਦਾ, ਇੱਕ ਭਾਂਡਾ ਉਹ ਹੁੰਦਾ ਜਿਹਦੇ ਵਿੱਚ ਲੱਸੀ 2-4 ਦਿਨਾਂ ਦੀ ਪਈ ਹੁੰਦੀ, ਪਾ ਕੇ ਅਸੀਂ ਬਾਹਰ ਭਾਂਡਾ ਰੱਖ ਦਿੰਦੇ, ਉਹਨੂੰ ਆਪਣੇ ਗੇਟ ਕੋਲੇ ਰੱਖ ਦਿੰਦੇ ਉਹ ਭਾਂਡਾ। ਉਹਦੇ ਵਿੱਚ ਲੱਸੀਆਂ ਉੱਤੋਂ ਚੱਕ ਕੇ ਪਾ ਦਿੰਦੇ। ਕਿਹਦੇ ਵਾਸਤੇ? ਕੁੱਤੇ ਵਾਸਤੇ। ਘਰ ਵਿੱਚ ਰੱਖਿਆ ਹੋਇਆ ਕੁੱਤਾ, ਉਹਦੇ ਵਾਸਤੇ ਲੱਸੀ ਪਾ ਦਿੰਦੇ ਹੁੰਦੇ। ਹੁਣ ਇੱਕ ਤਾਂ ਉਹ ਵੀ ਭਾਂਡਾ ਹੈ ਜਿਹਦੇ ਵਿੱਚ ਲੱਸੀ ਕੁੱਤੇ ਨੂੰ ਪਾ ਕੇ ਰੱਖਦੇ ਹੋ, ਕਿਤੇ ਧੋ ਕੇ ਮਾਂਜ ਕੇ ਚੰਗੀ ਤਰ੍ਹਾਂ ਮੁੱਧਾ ਨਹੀਂ ਮਾਰਿਆ ਹੋਣਾ ਤੁਸੀਂ। ਇੱਕ ਉਹ ਭਾਂਡਾ ਹੈ ਜਿਹਦੇ ਵਿੱਚ ਦੁੱਧ ਪਾਇਆ ਜਾਂਦਾ ਹੈ, ਲੱਸੀ ਪਾਈ ਜਾਂਦੀ ਹੈ, ਮੱਖਣ ਪਾਇਆ ਜਾਂਦਾ, ਘਿਓ ਪਾਇਆ ਜਾਂਦਾ ਹੈ। ਤੇ ਭਾਂਡਿਆਂ ਦਾ ਸਾਰਿਆਂ ਦਾ ਅੱਡੋ-ਅੱਡੀ ਸਤਿਕਾਰ ਹੈ। ਤੇ ਜਿਹਦੇ ਵਿੱਚ ਘਿਓ ਪਾ ਕੇ ਰੱਖਿਆ ਜਾਂਦਾ, ਉਹ ਭਾਂਡੇ ਨੂੰ ਉੱਚੀ ਜਗ੍ਹਾ ਉੱਤੇ ਰੱਖਿਆ ਜਾਂਦਾ ਵੀ ਇਸ ਕਿਤੇ ਘਿਓ ਖਰਾਬ ਨਾ ਹੋ ਜਾਵੇ। ਇੱਕ ਭਾਂਡਾ ਹੁੰਦਾ ਜਿਸ ਵਿੱਚ ਮੱਖਣ ਪਾ ਕੇ ਰੱਖਿਆ ਜਾਂਦਾ ਵੀ ਕਿਤੇ ਵੀ ਖਰਾਬ ਨਾ ਹੋ ਜਾਵੇ। ਇੱਕ ਭਾਂਡਾ ਦੁੱਧ ਵਾਲਾ ਤਾਂ ਰੋਜ਼ ਹੀ ਸਾਫ਼ ਕਰਕੇ ਰੱਖਣਾ ਪੈਂਦਾ ਵੀ ਕਿਤੇ ਦੁੱਧ ਖਰਾਬ ਨਾ ਹੋ ਜਾਵੇ। ਮਹਾਰਾਜ ਜੀ ਕਹਿਣ ਲੱਗੇ ਇਹ ਵੀ ਸਰੀਰ ਰੂਪੀ ਭਾਂਡਾ ਜਿਹਦੇ ਵਿੱਚ ਪਰਮਾਤਮਾ ਦਾ ਨਾਮ ਪਾਇਆ, ਉਸ ਭਾਂਡੇ ਦਾ ਅੱਜ ਸਤਿਕਾਰ। ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ, ਇੱਕ ਚੁੱਲ੍ਹੇ ਰਹਿਣ ਚੜੇ। ਮਹਾਰਾਜ ਜੀ ਨੇ ਸਾਜੇ ਇੱਕ ਪਰਮਾਤਮਾ ਨੇ ਭਾਂਡੇ, ਪਰ ਵਸਤੂ ਅਸੀਂ ਪਾ ਕੇ ਉਹ ਭਾਂਡੇ ਖਰਾਬ ਕਰ ਦਿੱਤੇ। ਹੁਣ ਭਾਂਡੇ ਹੋਰ ਤਾਂ ਨਹੀਂ ਕਿਸੇ ਨੇ ਬਣਾਏ, ਕਿਹਨੇ? ਇੱਕ ਨੀ ਦੁੱਧ ਸਮਾਈ ਹੈ, ਆਪੇ ਭਾਂਡੇ ਸਾਜੇ ਕਰੇ ਆਪ, ਜਾਏ ਪੀ ਰੱਖੇ ਆਪ। ਤਿਸ ਵਿੱਚ ਜੰਤੋ ਪਾਏ ਕੈ ਦੇਖੈ ਥਾਪੋ ਥਾਪ, ਤਿਸਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ। ਕਹਿੰਦੇ ਕੋ ਭਾਂਡੇ ਨੇ ਜਿਸ ਭਾਂਡੇ ਵਿੱਚ ਅੱਜ ਦੇ ਲੋਕਾਂ ਨੇ ਗਲਤ ਢੰਗ ਨਾਲ ਹੋਰ ਵਸਤੂ ਪਾ ਲਈ, ਉਸ ਭਾਂਡੇ ਦੇ ਵਜ੍ਹਾ ਸਤਿਕਾਰ ਹੈ। ਇੱਕ ਭਾਂਡਾ ਉਹ ਹੈ ਜਿਹਦੇ ਵਿੱਚ ਦੁੱਧ ਪਾਣੀ ਪਾਇਆ ਜਾਂਦਾ, ਉਹਦਾ ਸਤਿਕਾਰ ਨਾ ਰੱਖਿਆ ਜਾਂਦਾ ਹੈ। ਮਹਾਰਾਜ ਜੀ ਕੀ ਕਹਿੰਦੇ ਨੇ ਪਿਆਰ ਦੇ ਵਿੱਚ ਆ ਕੇ? ਆਸਾ ਜੀ ਦੀ ਵਾਰ ਦਾ ਆਖਰੀ ਸ਼ਲੋਕ ਹੈ ਜਿਹਦੇ ਵਿੱਚ ਸਾਹਿਬ ਜੀ ਫਰਮਾਨ ਕਰਦੇ ਹਨ, ਸਾਜੇ ਮਾਲਕਾਂ ਤੈ ਭਾਂਡੇ ਰੰਗਾਂ ਜੀ ਰੰਗਾਂ ਦੇ, ਸਾਜੇ ਮਾਲਕਾਂ ਭਾਂਡੇ ਰੰਗਾਂ ਰੰਗਾਂ ਦੇ। ਭਾਂਡੇ ਰੰਗਾਂ ਦੇ, ਸਾਜੇ ਮਾਲਕਾਂ ਭਾਂਡੇ ਰੰਗਾਂ ਜੀ ਰੰਗਾਂ ਦੇ, ਸਾਜੇ ਮਾਲਕਾ ਭਾਂਡੇ ਰੰਗਾਂ ਜੀ ਰੰਗਾਂ ਦੇ। ਵਿੱਚ ਫਲ ਕਰਮਾਂ ਦੇ ਪਾਏ, ਭਾਂਡੇ ਸਾਰੇ ਕੋ ਨੇ, ਫਲ ਕਰਮਾਂ ਦੇ ਪਾਏ, ਭਾਂਡੇ ਸਾਰੇ ਇੱਕ ਨੇ ਘੜੇ। ਫਲ ਕਰਮਾਂ ਦੇ ਪਾਏ, ਭਾਂਡੇ ਸਾਰੇ ਕੋ ਨੇ ਘੜੇ। ਵਿੱਚ ਫਲ ਕਰਮਾਂ ਦੇ ਪਾਏ, ਭਾਂਡੇ ਸਾਰੇ ਕੋ ਨੇ ਘੜੇ। ਵਿੱਚ ਫਲ ਕਰਮਾਂ ਦੇ ਪਾਏ, ਭਾਂਡੇ ਸਾਰੇ ਕੋ ਨੇ ਘੜੇ। ਵਿੱਚ ਫਲ ਕਰਮਾਂ ਦੇ ਪਾਏ,
ਨੇਕੜੇ। ਮਹਾਰਾਜ ਜੀ ਕਹਿਣ ਲੱਗੇ ਪ੍ਰਮਾਤਮਾ ਨੇ ਸਰੀਰ ਰੂਪੀ ਭਾਂਡੇ ਬਣਾ ਦਿੱਤੇ, ਇਸ ਭਾਂਡੇ ਵਿੱਚ ਨਾਮ ਪਾ ਲਓ, ਤੁਹਾਨੂੰ ਸਤਿ ਸ੍ਰੀ ਅਕਾਲ ਕਹਿਣਗੇ। ਇਸੇ ਭਾਂਡੇ ਵਿੱਚ ਗੰਦਗੀ ਪਾ ਲਓ, ਲੋਕ ਤੁਹਾਨੂੰ ਦਰਕਾਰ ਕਰਨਗੇ, ਭਾਵ ਸਤਿਕਾਰ ਨਾਲ ਨਹੀਂ ਬੁਲਾਉਣਗੇ। ਮਹਾਰਾਜ ਜੀ ਕਹਿਣ ਲੱਗੇ ਸਿੱਖਾ, ਕਿਸੇ ਇਸ ਸਰੀਰ ਰੂਪੀ ਭਾਂਡੇ ਵਿੱਚ ਆ ਮਾਘ ਦਾ ਮਹੀਨਾ ਚੱਲ ਰਿਹਾ ਹੈ, ਪਾ ਕਿਤੇ ਦੇ ਵਿੱਚ ਜਪਜੀ ਸਾਹਿਬ ਦੇ ਪਾਠ ਕਰ, ਕਿਤੇ ਸੁਖਮਨੀ ਸਾਹਿਬ ਦੇ ਪਾਠ ਕਰ, ਕਿਤੇ ਕਰ ਚੌਪਈ ਸਾਹਿਬ ਦੇ ਪਾਠ, ਤੇਰੇ ਭਾਂਡੇ ਨੂੰ ਲੋਕ ਜ਼ਰੂਰ ਸਤਿਕਾਰ ਕਰਨਗੇ। ਕਿਉਂਕਿ ਜਦੋਂ ਉਸ ਪਰਮਾਤਮਾ ਦੇ ਨਾਲ ਜੁੜ ਗਿਆ, ਪਰਮਾਤਮਾ ਨੇ ਚੰਗੀ ਵਸਤੂ ਪਾਤੀ, ਤੇਰਾ ਸਤਿਕਾਰ ਹੋਊਗਾ। ਭਾਈ ਰਾਮ ਸਿੰਘ, ਭਾਈ ਫੱਤਾ, ਇਹ ਸਾਰੇ ਮਹਾਰਾਜ ਨੂੰ ਡੀਕਦੇ ਨੇ ਕਦੋਂ ਕਲਗੀਆਂ ਵਾਲੇ ਆਉਣਗੇ। ਆ ਕੇ ਮਹਾਰਾਜ ਨੂੰ ਉਸ ਤਖਤ ਉੱਤੇ ਬਿਠਾ ਲਿਆ। ਮਹਾਰਾਜ ਕਹਿਣ ਲੱਗੇ ਇੱਥੇ ਨਹੀਂ ਮੈਂ ਬੈਠਣ ਵਾਸਤੇ ਆਇਆ, ਮੈਨੂੰ ਤਾਂ ਕਿਸੇ ਪਾਸੇ ਹੋਰ ਖਿੱਚ ਪੈਂਦੀ ਹੈ। ਤਨ ਕਲਗੀਧਰ ਪਾਤਸ਼ਾਹ ਜੀ ਜਾ ਪਾਣੀ ਜਲ ਪਾਣੀ ਛਕਾਇਆ, ਦੁੱਧ ਪਾਣੀ ਛਕਾਇਆ। ਮਹਾਰਾਜ ਜੀ ਬੈਠੋ ਇੱਥੇ ਦਰਸ਼ਨ ਦਿਓ। ਬਸ 2 ਮਿੰਟ ਬੈਠੇ, ਇੱਧਰਲੇ ਗੇਟ ਮਹਾਰਾਜ ਜੀ ਨਿਕਲੇ। ਇਹ ਵਾਕਿਆ ਕੱਲ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਸਾਰੇ ਜੁੜੋ ਨਾ ਸਾਹਿਬ ਦੀ ਬਾਣੀ ਵਿੱਚ। ਅਰਦਾਸ ਹੁਕਮਨਾਮਾ ਪ੍ਰਸ਼ਾਦ ਲੈ ਕੇ ਫੇਰ ਆਪ ਜੀ ਨੇ ਜਾਣ ਦੀ ਕਿਰਪਾਲਤਾ ਕਰਨੀ। ਰਮਕਲੀ ਮਹਲਾ ਤੀਜਾ। ਆਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਜੀ, ਆਨੰਦ ਪਿਆ ਮੇਰੀ ਮਾਏ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ, ਮਨ ਵਜੀਆਂ ਬਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੋਤਾ ਗਾਵੋ ਹਰੀ ਤੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਦੁਬਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਬਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁਖਾ ਸਾਧ ਗਵਾਈਆਂ, ਕਰ ਸਾਧ ਸੁਖ ਮਨ ਆਈ ਬਸਿਆ। ਜੀ ਚਾ ਸਭ ਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਹਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਅੱਜ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਬਾਝੇ, ਬਲਾ ਜਿਤ ਕਰਤਾਰੀਆਂ। ਪੰਜ ਦੂਤ ਤੁਜ ਵਸਤ ਕੀਤੇ, ਕਾਲ ਕੰਟਕ ਮਾਰਿਆ। ਸੁਰ ਕਰਮ ਪਾਇਆ ਤੁਧ ਜਨ ਕੋ, ਸੇਨਾ ਮਰ ਕੈ ਲਾਓ। ਕਹਿ ਨਾਨਕ ਦਾ ਸੁਖ ਹੋਆ, ਤਿਤ ਕਰਿਆ ਨਾਦ ਬਾਜੇ। ਆਦ ਸੁਨੋ ਬਟ ਭਾਗੀਓ, ਸਗਲ ਮਨੋਰਥ ਪੂਰੇ। ਆਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ।
ਸੁਣਤੇ ਪਨੀਤ ਕਹਿ ਤੋ ਵਿਵਿਧ ਸਤਿਗੁਰਿਆ ਭਰਪੂਰ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿ ਤੋ ਵਿਵਿਧ ਸਤਿਗੁਰਿਆ ਭਰਪੂਰ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।